हेलो। हेलो। हाँ जी। जी हेलो। हेलो। हाँ जी सर। हाँ जी, हाँ जी, हाँ जी सर, की हाल ने जी। ठीक है सर, बढ़िया जी, बढ़िया। हाँ ते जी। ठीक आ रही है आवाज सर? चलो ठीक है जी। हाँ जी, हाँ जी, बिल्कुल ठीक है जी। जी। ते करियो स्क्रीन शेयर कर। हाँ जी सर। हाँ जी, हो गया सर। ठीक है सर। जी। ठीक है जी, ठीक है। आ गई ये PPT। हाँ जी। हेलो। हाँ जी। हाँ जी सर। आवाज कर रही है सर, पता नहीं मेरा नेटवर्क डाउन है। हाँ नहीं, ਤੁਹਾਡੀ ਆਵਾਜ਼ नहीं आ रही वैसे ਮੈਨੂੰ। ठीक है जी। हाँ जी। ओके आवाज। ओके, हम मेरे नेटवर्क ना प्रॉब्लम आ रही है पिंड ਦੇ ਵਿੱਚ ਨਾ। ਕੱਲ हाँ परसों तक कोई है प्रॉब्लम ना यार। हाँ जी, थोड़ी आवाज ਤੁਹਾਡੀ कट चलो कट। ठीक है, अभी सिंह ओके। जी सर। हम्म। ਹਾਂ ਤੇ ਸਰ। ਤੇ ਅਲਾउ ਤੁਸੀਂ ਕਰਦਾ ਸਰ। ਹੀ ਪਾਰਟਿਸਿਪੇਟ ਹੋਊਗਾ। ਹਾਂਜੀ। ਤੇ ਮੈਨੂੰ ਸਰ ਤੁਸੀਂ ਦੱਸ ਦੋਗੇ ਸਟਾਰਟ ਕਰਨ ਦਾ? ਹਾਂ, ਜਦੋਂ ਸਟਾਰਟ ਕਰਨਾ ਕੋਈ ਨਹੀਂ, ਆਪਾਂ ਮੈਂ ਹਾਂਜੀ। ਦੇਖ ਲੈਂਦਾ ਵੀ ਪਾਰਟਿਸਿਪੇਟ ਹੋ ਜਾਣ 50 52 ਕੁ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ, ਠੀਕ ਹੈ। ਪਾਰਟਿਸਿਪੇਟ ਜਦੋਂ ਹੋ ਜਾਣਗੇ ਮੈਕਸਿਮਮ, ਫਿਰ ਆਪਾਂ ਸਟਾਰਟ ਕਰ ਲੈਂ। ਬਾਕੀ 9 ਵਜੇ 9:01-2 ਤੇ ਸਟਾਰਟ ਕਰ ਹੀ ਹਾਂਜੀ ਹਾਂਜੀ ਦੇਵਾਂਗੇ। ਹਾਂਜੀ, ਕੋਈ ਗੱਲ ਨਹੀਂ, ਲੋਕ। ਡਾਕੂਮੈਂਟ ਉੱਪਰ ਕੋਈ ਨਹੀਂ। ਹਾਂ ਤੇ ਠੀਕ ਹੈ। ਕੋਈ ਟੀਚਰ ਦੱਸ ਦਿਓ, ਦੋ ਤਿੰਨ ਟੀਚਰ ਜਿਹੜੇ ਆਣਗੇ, ਕੁਝ ਹੋਊਗਾ ਤੁਹਾਨੂੰ ਕਿਹੜੇ ਟੀਚਰ ਆ ਸਕਦੇ ਨੇ ਤਾਂ ਮੈਂ ਉਹਨਾਂ ਨੂੰ ਪੋਸਟ ਕਰ ਦਾਂਗਾ ਨਾਲ। ਹਾਂਜੀ, ਲਖਵਿੰਦਰ ਸਿੰਘ ਹੋਣਗੇ ਜੀ। ਲਖਵਿੰਦਰ ਸਿੰਘ। ਓਕੇ ਜੀ। ਮੋਹਿਤ ਸੇਠੀ ਹੋਣਗੇ। ਮੋਹਿਤ ਸੇਠੀ, ਹਾਂ। ਲਖਵਿੰਦਰ ਸਿੰਘ, ਠੀਕ ਹੈ। ਅਨਿਲ ਕੁਮਾਰ ਹੋਣਗੇ। ਅਨਿਲ, ਠੀਕ ਹੈ ਜੀ। ਹਾਂਜੀ, ਸ਼ਾਇਦ ਪ੍ਰਿੰਸੀਪਲ ਸਰ ਵੀ ਆਉਣਗੇ, ਦਰਸ਼ਨ ਸਿੰਘ ਜੀ। ਦਰਸ਼ਨ ਸਿੰਘ ਪ੍ਰਿੰਸੀਪਲ ਨੇ, ਠੀਕ ਹੈ ਸਰ। ਹਾਂਜੀ।
हेलो। हाँ जी सर। स्टार्ट। हाँ जी सर। कर लो, ठीक है सर। हेलो। हाँ जी, हाँ जी। हाँ जी सर, स्टार्ट कर दिए सर। हाँ हाँ जी, हाँ सर, करो स्टार्ट जी। हाँ जी, गुड मॉर्निंग टू ऑल। मैं दविंदर सिंह, ਇਲੈਕਟ੍ਰੀਸ਼ੀਅਨ ਇੰਸਟ੍ਰਕਟਰ, ਗਵਰਨਮੈਂਟ ITI ਫਰੀਦਕੋਟ। ਅੱਜ ਅਸੀਂ ਜੋ ਟੌਪਿਕ ਕਰਨ ਜਾ ਰਹੇ ਹਾਂ ਇਸ ਲੈਕਚਰ ਦੇ ਅੰਦਰ, ਸਿੰਗਲ ਫੇਜ਼ ਮੋਟਰ ਹੈ, ਜੋ ਸਾਡੇ ਇਲੈਕਟ੍ਰੀਸ਼ੀਅਨ NSQF ਜੋ ਸਿਲੇਬਸ ਹੈਗਾ ਉਹਦੇ ਅੰਡਰ 66 ਔਰ 67 ਨੰਬਰ ਵੀਕ ਹੈਗਾ। ਉਹਦੇ ਵਿੱਚ ਜਿਹੜਾ ਟੌਪਿਕ ਹੈ ਸਿੰਗਲ ਫੇਜ਼ ਮੋਟਰ, ਇਸ ਦੇ ਬਾਰੇ ਅਸੀਂ ਅੱਜ ਪੜਾਂਗੇ। ਉਸ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਮਿਸ਼ਨ ਫਤਿਹ ਜੋ ਪੰਜਾਬ ਗਵਰਨਮੈਂਟ ਵੱਲੋਂ ਚਲਾਇਆ ਗਿਆ ਹੈਗਾ, ਕਰੋਨਾ ਮਹਾਮਾਰੀ ਦੇ ਦੌਰਾਨ ਜਿਹੜਾ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾ ਰੱਖਣਾ, ਕਿਉਂਕਿ ਜਿਸ ਤਰ੍ਹਾਂ ਹਾਲੇ ਤੱਕ ਇਸ ਦੀ ਕੋਈ ਮੈਡੀਸਨ ਨਹੀਂ ਹੈ, ਇਲਾਜ ਜਿਹੜਾ ਹੈਗਾ ਉਹ ਸਾਡਾ ਕਹਿ ਲਓ ਕਿ ਆਪਣੇ ਹੱਥ ਹੈ। ਜੇ ਅਸੀਂ ਆਪਣੇ ਆਪ ਖੁਦ ਬਚਾ ਰੱਖਾਂਗੇ ਤਾਂ ਉਹਦੇ ਵਿੱਚ ਕੁਝ ਇੰਸਟਰਕਸ਼ਨ ਜੋ ਗਵਰਨਮੈਂਟ ਨੇ ਦਿੱਤੀਆਂ ਨੇ, ਔਰ ਉਸ ਤੋਂ ਪਹਿਲਾਂ ਸਾਡੀ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰੀਏ ਔਰ ਇਸ ਬਿਮਾਰੀ ਤੋਂ ਬਚਾ ਰੱਖੀਏ ਔਰ ਦੂਸਰਿਆਂ ਦਾ ਵੀ ਬਚਾਅ ਕਰੀਏ, ਜਿਸ ਦੇ ਵਿੱਚ ਲੋੜ ਤੋਂ ਬਿਨਾਂ ਘਰ ਤੋਂ ਬਾਹਰ ਜਾਣ ਲਈ ਪਰਹੇਜ਼ ਕਰੋ, ਔਰ ਜਿੰਨਾ ਜ਼ਰੂਰੀ, ਜੇ ਕੋਈ ਜ਼ਰੂਰੀ ਕੰਮ ਹੈ ਤਦ ਹੀ ਅਸੀਂ ਘਰ ਤੋਂ ਬਾਹਰ ਨਿਕਲੀਏ, ਬਿਨਾਂ ਵਜ੍ਹਾ ਨਾ ਘਰ ਤੋਂ ਬਾਹਰ ਜਾਈਏ। ਕੀਪ ਅ ਸੇਫ ਡਿਸਟੈਂਸ, ਤਕਰੀਬਨ ਜਦੋਂ ਇਕੱਠੇ ਹੁੰਦੇ ਆ ਤਾਂ ਤਕਰੀਬਨ 1 ਤੋਂ 2 ਮੀਟਰ ਦੀ ਜਿਹੜੀ ਦੂਰੀ ਹੈ ਉਹ ਰੱਖ ਕੇ ਚੱਲੋ, ਔਰ ਸਮੇਂ-ਸਮੇਂ ਤੇ ਅਸੀਂ ਜਿਹੜੇ ਉਹ ਹੈਂਡ ਵਾਸ਼ ਕਰਨੇ ਹੈਗੇ ਆ। ਖਾਸ ਤੌਰ ਤੇ ਅਸੀਂ ਜਦੋਂ ਖਾਣਾ ਖਾਣਾ ਹੈਗਾ ਉਸ ਤੋਂ ਪਹਿਲਾਂ ਤੁਹਾਡੇ ਹੈਂਡ ਵਾਸ਼ ਅੱਛੀ ਤਰ੍ਹਾਂ ਹੋਣੇ ਚਾਹੀਦੇ ਆ, ਤਾਂ ਕਿ ਕੋਈ ਵੀ ਸਾਡੇ ਤੋਂ ਜਿਹੜਾ ਬਿਮਾਰੀ ਦੂਰ ਰਹੇ। ਉਸ ਤੋਂ ਨੈਕਸਟ ਜਿਹੜਾ ਹੈਗਾ, ਅਗਰ ਅਸੀਂ ਮਾਸਕ ਜ਼ਰੂਰ ਪਹਿਨਣਾ ਜਦੋਂ ਵੀ ਅਸੀਂ ਬਾਹਰ ਚੱਲਦੇ ਹਾਂ। ਜ਼ਰੂਰੀ ਨਹੀਂ ਹੈ ਕਿ ਸਾਨੂੰ ਜੇ ਖਾਂਸੀ ਆ ਰਹੀ ਹੈਗੀ ਆ ਜਾਂ ਅਸੀਂ ਉਸ ਟਾਈਮ ਪਹਿਨਣਾ, ਤਾਂ ਅਸੀਂ ਉਸ ਤੋਂ ਪਹਿਲਾਂ ਵੀ ਇਹ ਪ੍ਰੀਕਾਸ਼ਨ ਕਰ ਸਕਦੇ ਹਾਂ। ਅਸੀਂ ਆਪਣੇ ਮਾਸਕ ਦੇ ਦੁਆਰਾ ਮੂੰਹ ਔਰ ਨੱਕ ਨੂੰ ਕਵਰ ਕਰਕੇ ਰੱਖੀਏ, ਤਾਂ ਕਿ ਕਿਸੇ ਤੋਂ ਸਾਨੂੰ ਜਾਂ ਸਾਡੇ ਤੋਂ ਕਿਸੇ ਨੂੰ ਕੋਈ ਇਹ ਬਿਮਾਰੀ ਦਾ ਫੈਲਾਅ ਨਾ ਹੋ ਸਕੇ। ਔਰ ਅਗਰ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸੇ ਸਮੇਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਬਣਦੀ ਹੈ, ਤਾਂ ਕਿ ਅਸੀਂ ਇਸ ਬਿਮਾਰੀ ਦਾ ਸਾਹਮਣਾ ਜਿਹੜਾ ਹੈਗਾ ਡਟ ਕੇ ਕਰੀਏ। ਸੋ ਅਸੀਂ ਅੱਜ ਦਾ ਜਿਹੜਾ ਟੌਪਿਕ ਹੈ ਮੇਰਾ, ਸਿੰਗਲ ਫੇਜ਼ ਮੋਟਰ। ਸਿੰਗਲ ਫੇਜ਼ ਮੋਟਰ ਜਿਹੜੀਆਂ AC ਸਪਲਾਈ ਤੇ ਜਿਹੜੀਆਂ ਮੋਟਰ ਨੇ ਸਾਡੇ ਕੋਲ, ਅਲੱਗ-ਅਲੱਗ ਕੰਮ ਵਾਸਤੇ ਅਸੀਂ ਯੂਜ਼ ਕਰਦੇ ਹੈਗੇ ਆ, ਔਰ ਹਰ ਕੰਮ ਲਈ ਜਿਹੜੀ ਮੋਟਰ ਹੈ ਉਹ ਅਲੱਗ-ਅਲੱਗ ਟਾਈਪ ਦੀ ਹੈਗੀ ਹੈ, ਅਲੱਗ-ਅਲੱਗ ਟਾਈਪ ਦੀ ਹੈ। ਜਿਸ ਤਰ੍ਹਾਂ ਸਾਡੇ ਇੰਡਸਟਰੀਅਲ
ਜਾਂ ਕਮਰਸ਼ੀਅਲ ਦੇ ਦੌਰਾਨ ਸਾਡੀਆਂ 3 ਫੇਜ਼ ਮੋਟਰ ਯੂਜ਼ ਹੁੰਦੀਆਂ ਨੇ। ਔਰ ਜਦੋਂ ਕਿ ਸਾਡੇ ਘਰ ਦੇ ਅੰਦਰ ਅਸੀਂ ਘਰਾਂ ਦੇ ਵਿੱਚ ਜਾਂ ਛੋਟੇ ਪੱਧਰ ਤੇ ਜਿਹੜੇ ਸਾਡੇ ਅਦਾਰੇ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਵਰਕ ਕਰਦੇ ਆ, ਕੰਮ ਕਰਦੇ ਆ, ਉਹਨਾਂ ਦੇ ਵਿੱਚ ਜ਼ਿਆਦਾਤਰ ਸਿੰਗਲ ਫੇਜ਼ ਮੋਟਰਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈਗੀ ਆ। ਔਰ ਇਹ ਮੋਟਰਾਂ ਜਿਹੜੀਆਂ ਬੜੀਆਂ ਹੀ ਸਧਾਰਨ ਸਿੰਪਲ ਕਿਸਮ ਦੀਆਂ ਨੇ। ਔਰ ਇਹਨਾਂ ਦੇ ਵਿੱਚ ਜਿਹੜੇ ਮੇਨ ਪਾਰਟ ਆ ਜਾਂਦੇ ਨੇ ਕਿ ਮੇਨ ਬਾਡੀ ਆ ਗਈ, ਯੋਕ ਕਹਿ ਦਿੰਦੇ ਆ, ਠੀਕ ਹੈ। ਕਾਸਟ ਆਇਰਨ, ਐਲੂਮੀਨੀਅਮ ਦੀ ਹੋ ਸਕਦੀ ਹੈ, ਇਹ ਅਲੱਗ-ਅਲੱਗ ਉਹਦੀ ਮੋਟਰ ਦੇ ਹਿਸਾਬ ਨਾਲ। ਫਰੰਟ ਕਵਰ, ਐਂਡ ਕਵਰ ਆ ਜਾਂਦੇ ਨੇ, ਸ਼ਾਫਟ ਹੈਗਾ, ਰੋਟਰ ਆ ਜਾਂਦਾ, ਠੀਕ ਹੈ। ਸ਼ਾਰਟ ਸਰਕਟ ਕੰਡਕਟਰ ਅਸੀਂ ਇਹ ਰੋਟਰ ਦੇ ਉੱਪਰ ਆ ਜਾਂਦਾ। ਔਰ ਜਿਹੜੀ ਵਾਈਂਡਿੰਗ ਹੈਗੀ ਆ, ਵਾਈਂਡਿੰਗ ਕੋਰ ਦੇ ਅੰਦਰ ਜਿਹੜੀਆਂ ਲੈਮੀਨੇਟਡ ਕੋਰ ਦੀ ਸਟੇਟਰ ਹੁੰਦਾ, ਉਸ ਦੇ ਅੰਦਰ ਅਸੀਂ ਜਿਹੜੀ ਵਾਈਂਡਿੰਗ ਕਰਦੇ ਆ ਉਹ ਰਨਿੰਗ ਔਰ ਸਟਾਰਟਿੰਗ ਵਾਈਂਡਿੰਗ, 2 ਵਾਈਂਡਿੰਗ ਜ਼ਿਆਦਾਤਰ ਅਸੀਂ ਮੋਟਰਾਂ 'ਚ ਆਉਂਦੀਆਂ ਨੇ। ਕੁਝ ਮੋਟਰ ਦੇ ਵਿੱਚ ਇੱਕੋ ਵਾਈਂਡਿੰਗ ਹੈਗੀ ਆ। ਔਰ ਹਰ ਇੱਕ ਦੇ ਚਲਾਉਣ ਦੇ ਲਈ ਅਲੱਗ-ਅਲੱਗ ਮੈਥਡ ਨੇ, ਅਲੱਗ-ਅਲੱਗ ਢੰਗ ਨੇ, ਉਹਨਾਂ ਦੇ ਦੁਆਰਾ ਹੀ ਅਸੀਂ ਜਿਹੜਾ ਮੋਟਰ ਦੇ ਉੱਪਰ ਉਹਦਾ ਨਾਮ ਅਲੱਗ-ਅਲੱਗ ਰੱਖੇ ਜਾਂਦੇ ਹੈਗੇ ਆ। ਜਿਵੇਂ ਕਿ ਮੋਟਰ ਦੇ ਬਾਰੇ ਆਪਾਂ ਜੇ ਗੱਲ ਕਰੀਏ ਕਿ ਸਿੰਗਲ ਫੇਜ਼ ਮੋਟਰ ਹੈ ਕੀ ਹੈ। A single phase motor is a machine which convert electrical energy into mechanical energy। ਜਿਸ ਤਰ੍ਹਾਂ ਲਾਅ ਆਫ ਐਨਰਜੀ ਦੇ ਵਿੱਚ ਅਸੀਂ ਪੜ੍ਹਿਆ ਹੋਇਆ ਕਿ ਐਨਰਜੀ ਨੂੰ ਨਾ ਤਾਂ ਅਸੀਂ ਕ੍ਰੀਏਟ ਕਰ ਸਕਦੇ ਹਾਂ, ਨਾ ਇਸ ਨੂੰ ਡਿਸਟਰੋਏ ਕਰ ਸਕਦੇ ਹਾਂ, ਅਸੀਂ ਉਸ ਨੂੰ ਇੱਕ ਫਾਰਮ ਤੋਂ ਦੂਸਰੀ ਫਾਰਮ ਦੇ ਵਿੱਚ ਕਨਵਰਟ ਕਰਦੇ ਹਾਂ। ਤਾਂ ਸਾਡੀ ਜਿਹੜੀ ਸਿੰਗਲ ਫੇਜ਼ ਮੋਟਰ ਹੈਗੀ ਆ ਉਹ ਇਲੈਕਟ੍ਰੀਕਲ ਐਨਰਜੀ ਇਸ ਨੂੰ ਅਸੀਂ ਇਨਪੁਟ ਦਿੰਦੇ ਹਾਂ ਔਰ ਉਸ ਤੋਂ ਉਹ ਸਾਨੂੰ ਮਕੈਨੀਕਲ ਪਾਵਰ ਦਿੰਦੀ ਆ। ਔਰ ਸ਼ਾਫਟ ਤੋਂ ਦੁਆਰਾ ਅਸੀਂ ਅਲੱਗ-ਅਲੱਗ ਵਰਕ ਕਰਦੇ ਹਾਂ, ਉਸ ਤੋਂ ਕੰਮ ਲੈਣੇ ਹੈਗੇ ਆ। ਤਾਂ ਜਿਹੜੀ ਸਿੰਗਲ ਫੇਜ਼ ਮੋਟਰ ਹੈ ਅਸਲ ਦੇ ਵਿੱਚ ਉਹ ਕੀ ਹੈ, ਉਹ ਸੈਲਫ ਸਟਾਰਟਿੰਗ ਨਹੀਂ ਹੈਗੀ। ਸਿੰਗਲ ਫੇਜ਼ ਮੋਟਰ ਆਰ ਨਾਟ ਸੈਲਫ ਸਟਾਰਟਿੰਗ ਵੈਨ ਹੈਵਿੰਗ ਓਨਲੀ 1 ਵਾਈਂਡਿੰਗ। ਜਦੋਂ ਇੱਕੋ ਵਾਈਂਡਿੰਗ ਹੈ, ਜਿਸ ਤਰ੍ਹਾਂ ਅਸੀਂ 3 ਫੇਜ਼ ਦੇ ਵਿੱਚ 3 ਵਾਈਂਡਿੰਗ ਨੇ, ਤੇ ਸਿੰਗਲ ਫੇਜ਼ ਮੋਟਰ ਦੇ ਅੰਦਰ ਸਾਡੇ ਕੋਲ ਇੱਕ ਵਾਈਂਡਿੰਗ ਦੇ ਨਾਲ ਮੋਟਰ ਨਹੀਂ ਵਰਕ ਕਰਦੀ। To make them self-starting, several methods are employed as given below। ਤਾਂ ਉਸ ਟਾਈਮ ਜੇ ਅਸੀਂ ਉਸ ਨੂੰ ਸੈਲਫ ਸਟਾਰਟਿੰਗ ਬਣਾਉਣਾ ਹੈ ਤਾਂ ਸਾਡੇ ਕੋਲੇ ਅਲੱਗ-ਅਲੱਗ ਢੰਗ ਨੇ, ਉਸ ਦੇ ਹਿਸਾਬ ਨਾਲ ਅਸੀਂ ਇਸ ਨੂੰ ਜਿਹੜਾ ਸਟਾਰਟਿੰਗ ਮੈਥਡ ਅਪਣਾਉਣੇ ਆ। ਜਿਸ ਤਰ੍ਹਾਂ ਬਾਏ ਸ਼ੇਡਿੰਗ ਦਾ ਪੋਲ ਔਰ ਬਾਏ ਸਪਲਿਟਿੰਗ ਦਾ ਫੇਸ। ਇਸ ਦੇ ਵਿੱਚ 2 ਮੈਥਡ ਆ ਜਾਂਦੇ ਆ ਜਿਹੜੀ ਅਸੀਂ ਸਿੰਗਲ ਫੇਜ਼ ਨੂੰ ਅਸੀਂ ਸਟਾਰਟਿੰਗ ਕਰਦੇ ਹਾਂ। ਜਿਸ ਤਰ੍ਹਾਂ ਕ੍ਰਾਸ ਫੀਲਡ ਥਿਊਰੀ, ਠੀਕ ਹੈ, ਔਰ ਘੁੰਮਦੇ ਹੋਏ ਖੇਤਰ ਦੀ ਯਾਨੀ ਕਿ ਰੋਟੇਟਿੰਗ ਮੈਗਨੈਟਿਕ ਫੀਲਡ ਜਿਹੜੀ ਥਿਊਰੀ ਆ, ਉਸ ਦੇ ਅਕੋਰਡਿੰਗ ਸਾਡੀਆਂ 2 ਜਿਹੜੀਆਂ ਇਹ ਡਿਵਾਈਡ ਹੋ ਜਾਂਦੀਆਂ। ਜਿਸ ਤਰ੍ਹਾਂ ਰੋਟੇਟਿੰਗ ਫੀਲਡ ਆ ਗਿਆ ਸਪਲਿਟ ਫੇਜ਼ ਦੇ ਵਿੱਚ, ਇਸ ਮੈਥਡ ਦੇ ਵਿੱਚ ਅਸੀਂ ਇੱਕ ਫੇਜ਼ ਤੋਂ ਜਿਹੜਾ ਹੈਗਾ ਉਹ ਫੇਜ਼ ਸਪਲਿਟ ਕਰਕੇ ਉਹਨੂੰ ਅਸੀਂ ਰੋਟੇਟਿੰਗ ਫੀਲਡ ਤਿਆਰ ਕਰਦੇ ਹਾਂ ਔਰ ਮੋਟਰ ਦੇ ਵਿੱਚ ਟਾਰਕ ਪੈਦਾ ਹੁੰਦਾ। ਔਰ ਜਦੋਂ ਕਿ ਕ੍ਰਾਸ ਫੀਲਡ ਥਿਊਰੀ ਦੇ ਅੰਦਰ ਜਿਹੜਾ ਸ਼ੇਡਡ ਪੋਲ ਆ ਜਾਂਦਾ, ਉਸ ਦੇ ਅੰਦਰ ਅਸੀਂ ਜਿਹੜਾ ਰੋਟਰ ਹੈਗਾ ਉਹਨੂੰ ਘੁਮਾਉਣ ਦੇ ਲਈ ਜਿਹੜੀ ਟਰਾਂਸਫਾਰਮਰ ਜਿਹੜਾ ਰਿਐਕਸ਼ਨ ਆ ਉਹ ਅਸੀਂ ਅਪਲਾਈ ਕਰਦੇ ਹਾਂ ਕਿ ਇੱਕ ਜਿਹੜੀ ਵਾਈਂਡਿੰਗ ਦੇ ਵਿੱਚ ਵਾਈਂਡਿੰਗ ਦੇ ਦੁਆਰਾ ਅਸੀਂ ਟਰਾਂਸਫਾਰਮਰ ਰਿਐਕਸ਼ਨ ਦੇ ਥਰੂ ਅਸੀਂ 2 ਫੇਜ਼ ਤਿਆਰ ਕਰਦੇ ਹਾਂ, 2 ਮੈਗਨੇਟ ਤਿਆਰ ਕਰਦੇ ਹਾਂ ਜਿਹੜੇ ਕਿ ਰੋਟੇਟਿੰਗ ਫੀਲਡ ਤਿਆਰ ਕਰਦੇ ਹੈਗੇ ਆ। ਤਾਂ ਜਿਹੜੀਆਂ ਸਿੰਗਲ ਫੇਜ਼ ਮੋਟਰ ਨੇ ਤਾਂ ਜਨਰਲੀ ਉਹ ਮੈਨੂਫੈਕਚਰਡ ਇਨ ਫ੍ਰਿਕਸ਼ਨਲ ਹਾਰਸ ਪਾਵਰ ਰੇਟਿੰਗ ਫॉर ਇਕਨੋਮਿਕਲ ਰੀਜ਼ਨ। ਜਿਹੜੀਆਂ ਇਹ ਮੋਟਰਸ ਨੇ ਇਹ ਅਸੀਂ ਜਿਹੜੀਆਂ ਫ੍ਰਿਕਸ਼ਨਲ ਹਾਰਸ ਪਾਵਰ ਜਿਹੜੀਆਂ 1 ਹਾਰਸ ਪਾਵਰ ਤੋਂ ਨੀਚੇ ਦੀਆਂ ਆ ਜਾਂਦੀਆਂ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਅਸੀਂ ਯੂਜ਼ ਕਰਦੇ ਹੈਗੇ ਹਾਂ। ਔਰ ਇਸ ਤੋਂ ਜ਼ਿਆਦਾ ਅਸੀਂ ਜੇ ਰੇਟਿੰਗ ਦੀਆਂ ਤਿਆਰ ਕਰਦੇ ਹਾਂ ਤਾਂ ਉਹਦੇ ਵਿੱਚ ਸਾਡੇ ਕੁਝ ਇਕਨੋਮਿਕਲੀ ਜਿਹੜੇ ਰੀਜ਼ਨ ਆ ਜਾਂਦੇ ਨੇ, ਖਰਚਾ ਜ਼ਿਆਦਾ ਹੈਗਾ, ਉਹਦੀ ਲਾਸਿਸ ਜ਼ਿਆਦਾ ਨੇ, ਜਿਸ ਕਰਕੇ ਅਸੀਂ ਉਸ ਤੋਂ ਜ਼ਿਆਦਾ ਪਾਵਰ ਦੀਆਂ ਮੋਟਰ ਨਹੀਂ ਤਿਆਰ ਕਰਦੇ। ਉਹਨਾਂ ਥਾਵਾਂ ਤੇ ਸਾਡੇ ਜਿਹੜੇ 3 ਫੇਜ਼ ਦੀਆਂ ਮੋਟਰ ਅਸੀਂ ਯੂਜ਼ ਕਰਦੇ ਹਾਂ। ਤਾਂ ਜਿਸ ਤਰ੍ਹਾਂ ਮੇਨ ਦੱਸਿਆ ਸੀਗਾ ਕਿ ਇਹਨਾਂ ਮੋਟਰਾਂ ਦੇ ਚਾਹੇ ਕਿਸੇ ਵੀ ਟਾਈਪ ਦੀਆਂ ਨੇ, ਇਹਨਾਂ ਦੇ ਵਿੱਚ 2 ਮੇਨ ਪਾਰਟ ਆ ਜਾਂਦੇ ਆ, ਸਟੇਟਰ ਔਰ ਰੋਟਰ। ਸੋ ਅਸੀਂ ਟਾਈਪਸ ਦੀ ਗੱਲ ਕਰਦੇ ਹਾਂ ਤਾਂ ਮੋਟਰ ਕਿਸ ਟਾਈਪ ਦੀਆਂ ਮੋਟਰਾਂ ਨੇ ਸਾਡੇ ਕੋਲ ਸਿੰਗਲ ਫੇਜ਼ ਦੀਆਂ।
ਸਿੰਗਲ ਫੇਜ਼ ਮੋਟਰ ਨੂੰ ਅਸੀਂ ਮੇਨਲੀ ਜਿਹੜਾ ਸਿੰਗਲ ਫੇਜ਼ ਮੋਟਰਸ ਆਰ ਮੇਨਲੀ ਆਫ ਟੂ ਟਾਈਪਸ ਸੱਚ ਐਸ ਇੰਡਕਸ਼ਨ ਟਾਈਪ ਮੋਟਰ ਔਰ ਕਮੂਟੇਟਰ ਟਾਈਪ ਮੋਟਰ। ਤਾਂ ਜਦੋਂ ਅਸੀਂ ਸਿੰਗਲ ਫੇਜ਼ ਮੋਟਰਾਂ ਨੂੰ ਸਭ ਤੋਂ ਪਹਿਲਾਂ ਅਸੀਂ ਵੰਡ ਕਰਦੇ ਹੈਗੇ ਆ ਤਾਂ ਇੱਕ ਇੰਡਕਸ਼ਨ ਟਾਈਪ ਆ ਜਾਂਦੀਆਂ ਨੇ ਔਰ ਦੂਸਰੀਆਂ ਕਮੂਟੇਟਰ ਟਾਈਪ ਮੋਟਰ ਆ ਜਾਂਦੀਆਂ ਨੇ, ਜਿਹਦੇ ਵਿੱਚ ਇੰਡਕਸ਼ਨ ਟਾਈਪ ਮੋਟਰ ਜਿਹੜੀਆਂ ਨੇ ਉਹ ਫਿਰ ਫਰਦਰ ਡਿਵਾਈਡ ਹੋ ਜਾਂਦੀਆਂ ਨੇ ਔਰ ਕਮੂਟੇਟਰ ਟਾਈਪ ਵੀ। ਤਾਂ ਇੰਡਕਸ਼ਨ ਟਾਈਪ ਮੋਟਰਸ ਨੇ ਜਿਹੜੀਆਂ ਉਹਦੇ ਵਿੱਚ ਸਪਲਿਟ ਫੇਜ਼ ਮੋਟਰ ਔਰ ਸ਼ੇਡਡ ਪੋਲ ਮੋਟਰ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਿ ਸਿੰਗਲ ਫੇਜ਼ ਮੋਟਰ ਹੈ ਉਹ ਦੋ ਪਾਰਟ ਦੇ ਵਿੱਚ ਡਿਵਾਈਡ ਕਰਦੇ ਹਾਂ ਅਸੀਂ, ਇੰਡਕਸ਼ਨ ਟਾਈਪ ਔਰ ਕਮੂਟੇਟਰ ਟਾਈਪ। ਔਰ ਇੰਡਕਸ਼ਨ ਟਾਈਪ ਫਿਰ ਸਾਡੀਆਂ ਅੱਗੇ ਫਰਦਰ ਡਿਵਾਈਡ ਹੋ ਜਾਂਦੀਆਂ ਨੇ ਸਪਲਿਟ ਫੇਜ਼ ਔਰ ਸ਼ੇਡਡ ਪੋਲ। ਇਹ ਜਿੰਨੀ ਮੈਂ ਤੁਹਾਨੂੰ ਦੱਸ ਰਿਹਾ ਮੋਟਰ ਦੀਆਂ ਟਾਈਪਸ, ਇਹ ਅਸੀਂ ਅੱਗੇ ਡਿਟੇਲ ਦੇ ਵਿੱਚ ਇਹਨਾਂ ਦੇ ਬਾਰੇ ਪੜਾਂਗੇ। ਫਿਲਹਾਲ ਅਸੀਂ ਉਹਦੇ ਸਿਰਫ ਅਲੱਗ-ਅਲੱਗ ਅੱਗੇ ਪਾਰਟ ਜਿਹੜੀਆਂ ਟਾਈਪ ਦੀਆਂ ਮੋਟਰ ਨੇ ਉਹਨਾਂ ਬਾਰੇ ਗੱਲ ਕਰ ਰਹੇ ਹਾਂ ਕਿ ਕਿੰਨੇ ਅੱਗੇ ਡਿਵਾਈਡ ਹੁੰਦੀਆਂ ਨੇ। ਔਰ ਇੰਡਕਸ਼ਨ ਟਾਈਪ ਦੇ ਵਿੱਚ ਜਿਹੜੀ ਸਪਲਿਟ ਫੇਜ਼ ਮੋਟਰ ਨੇ ਉਹ ਫਿਰ ਡਿਵਾਈਡ ਹੁੰਦੀਆਂ ਨੇ ਸਪਲਿਟ ਫੇਜ਼ ਇੰਡਕਸ਼ਨ ਮੋਟਰ, ਪਰਮਾਨੈਂਟ ਕਪੈਸਿਟਰ ਮੋਟਰ, ਕਪੈਸਿਟਰ ਸਟਾਰਟ ਇੰਡਕਸ਼ਨ ਮੋਟਰ, ਕਪੈਸਿਟਰ ਸਟਾਰਟ ਕਪੈਸਿਟਰ ਰਨ ਮੋਟਰ। ਔਰ ਜਿਹੜੀਆਂ ਕਮੂਟੇਟਰ ਟਾਈਪ ਮੋਟਰ ਨੇ ਉਹਨਾਂ ਦੇ ਵਿੱਚ ਯੂਨੀਵਰਸਲ ਮੋਟਰ ਔਰ ਰਿਪਲਸ਼ਨ ਮੋਟਰ, ਠੀਕ ਹੈ। ਔਰ ਰਿਪਲਸ਼ਨ ਮੋਟਰ ਫਿਰ ਫਰਦਰ ਡਿਵਾਈਡ ਹੋ ਜਾਂਦੀਆਂ ਨੇ ਪਲੇਨ ਰਿਪਲਸ਼ਨ ਮੋਟਰ, ਰਿਪਲਸ਼ਨ ਸਟਾਰਟ ਇੰਡਕਸ਼ਨ ਮੋਟਰ ਔਰ ਰਿਪਲਸ਼ਨ ਇੰਡਕਸ਼ਨ ਮੋਟਰ। ਸੋ ਇਹ ਸਾਡੀਆਂ ਟਾਈਪ ਸੀਗੀਆਂ ਮੋਟਰ ਦੀਆਂ ਅਲੱਗ-ਅਲੱਗ ਟਾਈਪਸ। ਔਰ ਹੁਣ ਅਸੀਂ ਇੱਕ ਤੋਂ ਬਾਅਦ ਇੱਕ ਜਿਹੜੀਆਂ ਅਸੀਂ ਟਾਈਪਸ ਦੱਸੀਆਂ ਸੀਗੀਆਂ ਉਹਦੇ ਬਾਰੇ ਇਹਦੇ ਵਿੱਚ ਡਿਟੇਲ ਦੇ ਵਿੱਚ ਪੜਾਂਗੇ। ਸਭ ਤੋਂ ਪਹਿਲਾਂ ਜਿਹੜੀ ਸਪਲਿਟ ਫੇਜ਼ ਇੰਡਕਸ਼ਨ ਮੋਟਰ ਹੈਗੀ ਆ, ਸਪਲਿਟ ਫੇਜ਼ ਇੰਡਕਸ਼ਨ ਮੋਟਰ। ਤੋ ਇੰਡਕਸ਼ਨ ਤੋਂ ਭਾਵ ਹੈ ਕਿ ਅਸੀਂ ਜਿਹੜਾ ਇੱਕ ਦੇ ਕੋਲ ਦੂਸਰੇ 'ਚ ਚਲੇ ਜਾਣੇ, ਕਿ ਅਸੀਂ ਸਟੇਟਰ ਨੂੰ ਸਪਲਾਈ ਦਿੰਦੇ ਆ, ਉਹਦੇ ਅੰਦਰ ਮੈਗਨੈਟਿਕ ਫੀਲਡ ਤਿਆਰ ਹੁੰਦਾ, ਉਸੇ ਮੈਗਨੈਟਿਕ ਫੀਲਡ ਦੇ ਕਾਰਨ ਜਿਹੜੇ ਰੋਟਰ ਦੇ ਕੰਡਕਟਰ ਨੂੰ ਕੱਟ ਕਰਦਾ ਔਰ ਉਹਦੇ ਵਿੱਚ ਜਿਹੜੀ EMF ਜਨਰੇਟ ਹੁੰਦੀ ਹੈ ਔਰ ਉਹਦੇ ਵਿੱਚ ਮੈਗਨੈਟਿਕ ਫੀਲਡ ਖੁਦ ਤਿਆਰ ਹੁੰਦਾ ਹੈਗਾ। ਤਾਂ ਅਸੀਂ ਰੋਟਰ ਨੂੰ ਕੁਝ ਨਹੀਂ ਦਿੰਦੇ, ਬਾਏ ਇੰਡਕਸ਼ਨ ਉਹਦੇ ਵਿੱਚ ਜਿਹੜੀ ਮੈਗਨੈਟਿਕ ਫੀਲਡ ਤਿਆਰ ਹੁੰਦਾ ਜਿਸ ਦੇ ਕਾਰਨ ਰੋਟਰ ਦੇ ਉੱਪਰ ਟਾਰਕ ਪੈਦਾ ਹੁੰਦਾ, ਮੋਟਰ ਰੋਟੇਟ ਹੁੰਦੀ ਹੈ। ਤਾਂ ਬਾਏ ਇੰਡਕਸ਼ਨ ਜਿਹੜੀ ਇਹ ਰੋਟਰ ਚੱਲਦੀਆਂ ਨੇ, ਇਸੇ ਕਰਕੇ ਅਸੀਂ ਇਹਨਾਂ ਮੋਟਰਾਂ ਨੂੰ ਸਿੰਗਲ ਫੇਜ਼ ਜਿਹੜੀਆਂ ਮੋਟਰਾਂ ਨੇ ਉਹ ਇੰਡਕਸ਼ਨ ਮੋਟਰ ਅਸੀਂ ਉਸ ਦੇ ਵਿੱਚ ਕਹਿ ਦਿੰਦੇ ਹਾਂ। ਤਾਂ ਜਿਹੜੀ ਪਹਿਲੀ ਮੋਟਰ ਹੈਗੀ ਆ ਸਪਲਿਟ ਫੇਜ਼ ਇੰਡਕਸ਼ਨ ਮੋਟਰ। The split phase motor is known as a resistance start motor। ਤਾਂ ਜਿਹੜੀ ਪਹਿਲੀ ਅਸੀਂ resistance split phase motor ਕਹਿ ਦਿੰਦੇ ਹਾਂ ਉਸ ਨੂੰ ਅਸੀਂ resistance start motor ਦੇ ਤੌਰ ਤੇ ਵੀ ਜਾਣਦੇ ਹਾਂ। It has a single case rotor and its stator has two windings known as main winding and starting winding. Both windings are displaced 90 degrees in space. The main winding has very low resistance and high inductive reactance, whereas the starting winding has a high resistance and low inductive reactance। ਤਾਂ ਇਸ ਮੋਟਰ ਦੇ ਵਿੱਚ ਦੋ ਵਾਈਂਡਿੰਗ ਨੇ ਔਰ ਸਿੰਗਲ ਕੇਜ ਰੋਟਰ ਹੈਗਾ ਔਰ ਦੋ ਵਾਈਂਡਿੰਗ ਜਿਹੜੀਆਂ ਨੇ, ਇੱਕ ਮੇਨ ਵਾਈਂਡਿੰਗ ਹੈ ਜਿਹਨੂੰ ਰਨਿੰਗ ਵਾਈਂਡਿੰਗ ਕਹਿ ਦਿੰਦੇ ਆ ਔਰ ਦੂਸਰੀ ਸਟਾਰਟਿੰਗ ਵਾਈਂਡਿੰਗ ਹੈ। ਔਰ ਸਟਾਰਟਿੰਗ ਵਾਈਂਡਿੰਗ ਤੇ ਰਨਿੰਗ ਵਾਈਂਡਿੰਗ ਦੋਨੋਂ ਦੇ ਵਿੱਚ ਜਿਹੜਾ 90 ਡਿਗਰੀ ਦਾ ਜਿਹੜਾ ਐਂਗਲ ਹੁੰਦਾ ਔਰ ਜਿਹੜੀ ਮੇਨ ਵਾਈਂਡਿੰਗ ਹੈ, ਰਨਿੰਗ ਵਾਈਂਡਿੰਗ ਹੈ, ਉਹਦੀ ਰੈਜ਼ਿਸਟੈਂਸ ਲੋ ਹੈ, ਠੀਕ ਹੈ। ਔਰ ਜਿਹੜਾ ਸਟਾਰਟਿੰਗ ਵਾਈਂਡਿੰਗ ਹੈ ਉਸਦੀ ਰੈਜ਼ਿਸਟੈਂਸ ਹਾਈ ਹੈ। ਤਾਂ ਦੋਨੋਂ ਦੇ ਕਾਰਨ ਜਿਹੜਾ ਉਹਦੇ ਵਿੱਚ ਜਿਹੜਾ ਮੈਗਨੇਟ ਹੈ ਜਿਹੜਾ ਉਹਦੇ 'ਚ ਡਿਫਰੈਂਸ ਆ ਜਾਂਦਾ ਤਾਂ ਉਹਦੇ ਨਾਲ ਕੀ ਹੈ ਰੋਟੇਟਿੰਗ ਫੀਲਡ ਜਿਹੜਾ ਤਿਆਰ ਹੁੰਦਾ ਜਿਸ ਤਰ੍ਹਾਂ। ਔਰ ਇੱਕ ਜਿਹੜੀ ਰੈਜ਼ਿਸਟੈਂਸ ਹੈਗੀ ਆ ਉਹ ਕਨੈਕਟਡ ਹੈ ਸੀਰੀਜ਼ ਦੇ ਵਿੱਚ ਜਿਹੜੀ ਸਟਾਰਟਿੰਗ ਵਾਈਂਡਿੰਗ ਦੇ, ਜਿਸ ਦੇ ਨਾਲ ਕੀ ਹੈ ਦਾ ਕਰੰਟ ਇਨ ਦਾ ਟੂ ਵਾਈਂਡਿੰਗਸ ਇਜ਼ ਨਾਟ ਇਕੁਅਲ, ਕਿਉਂਕਿ ਦੋਨਾਂ ਦੇ ਵਿੱਚ ਡਿਫਰੈਂਸ ਹੈ ਉਹਨਾਂ ਦੀ ਵਾਈਂਡਿੰਗ ਦੇ ਵਿੱਚ। ਇਸ ਦੇ ਕਾਰਨ ਕੀ ਹੈ ਉਹਨਾਂ ਦਾ ਕਰੰਟ ਅਲੱਗ-ਅਲੱਗ ਹੈ
ਤਾਂ ਜਿਹੜਾ ਰਿਜ਼ਲਟੈਂਟ ਆ ਰੋਟੇਟਿੰਗ ਫੀਲਡ ਇਜ਼ ਨਾਟ ਯੂਨੀਫਾਰਮ, ਜਿਹੜਾ ਸੇਮ ਨਹੀਂ ਹੁੰਦਾ, ਵੱਧਦਾ ਘਟਦਾ, ਤਾਂ ਇਹੀ ਇੱਕ ਕੀ ਹੈ ਸਟਾਰਟਿੰਗ ਟਾਰਕ ਪੈਦਾ ਕਰਦਾ ਹੈਗਾ। ਲੇਕਿਨ ਜਿਹੜਾ ਸਟਾਰਟਿੰਗ ਟਾਰਕ ਹੈ ਉਹ ਕੀ ਹੈ, ਉਹ ਬਹੁਤ ਘੱਟ ਹੁੰਦਾ, ਸਮਾਲ ਹੁੰਦਾ, ਜਿਸ ਦੇ ਕਾਰਨ ਇਹ ਜਿਹੜੀ ਮੋਟਰ ਹੈਗੀ ਹੈ ਉਹ ਹਾਈ ਸਟਾਰਟਿੰਗ ਟਾਰਕ ਨਹੀਂ ਮਿਲਦਾ ਉਹਦੇ ਵਿੱਚ। ਤਾਂ ਜਿਵੇਂ ਜਿਵੇਂ ਮੋਟਰ ਦੀ ਸਪੀਡ ਪਕੜਦੀ ਹੈ 70 to 80% ਤਾਂ ਸਿੰਕਰੋਨਸ ਸਪੀਡ ਦੇ ਆਸ-ਪਾਸ ਜਾਂਦੀ ਹੈ, ਤਾਂ ਉਹਦੀ ਜਿਹੜੀ ਸਟਾਰਟਿੰਗ ਵਾਈਂਡਿੰਗ ਹੈ ਉਹਦੇ ਜਿਹੜੀ ਅਸੀਂ ਸੈਂਟਰੀਫਿਊਗਲ ਸਵਿਚ ਲਗਾਈ ਹੈ ਉਹ ਆਟੋਮੈਟਿਕਲੀ ਜਿਹੜੀ ਸੈਂਟਰੀਫਿਊਗਲ ਫੋਰਸ ਦੇ ਕਾਰਨ ਮੇਨ ਨਾਲੋਂ ਘਟ ਜਾਂਦੀ ਹੈਗੀ। ਤਾਂ ਉਸਦੀ ਇੱਕ ਡਾਇਗਰਾਮ ਹੈਗੀ ਹੈ ਜਿਹਦੇ ਵਿੱਚ ਮੇਨ ਵਾਈਂਡਿੰਗ ਔਰ ਸਟਾਰਟਿੰਗ ਵਾਈਂਡਿੰਗ ਦੋਨੋਂ ਪੈਰਲਲ 'ਚ ਜੁੜੀਆਂ ਹੋਈਆਂ ਨੇ। ਸਟਾਰਟਿੰਗ ਵਾਈਂਡਿੰਗ ਦੇ ਸੀਰੀਜ਼ 'ਚ ਰੈਜ਼ਿਸਟੈਂਸ ਲੱਗੀ ਹੋਈ ਹੈ ਔਰ ਇੱਕ ਸੈਂਟਰੀਫਿਊਗਲ ਸਵਿਚ ਜਿਹੜੀ ਐਸ ਦੇ ਨਾਲ ਸ਼ੋ ਕੀਤੀ ਹੈ ਉਹ ਲੱਗੀ ਹੋਈ ਹੈ। ਸੈਕਿੰਡ ਹੈਗੀ ਹੈ ਕਪੈਸਿਟਰ ਸਟਾਰਟ ਇੰਡਕਸ਼ਨ ਮੋਟਰ। ਕਪੈਸਿਟਰ ਸਟਾਰਟ ਇੰਡਕਸ਼ਨ ਮੋਟਰ ਜਿਹੜੀ ਹੈਗੀ ਆ ਉਹਦੇ ਵਿੱਚ ਕਪੈਸਿਟਰ ਲਗਾ ਦਿੱਤਾ ਗਿਆ ਜਿਹੜੀ ਸਟਾਰਟਿੰਗ ਵਾਈਂਡਿੰਗ ਦੇ ਸੀਰੀਜ਼ ਦੇ ਵਿੱਚ, ਕਿਉਂਕਿ ਜਿਹੜੀ ਅਸੀਂ ਲਾਸਟ ਪਹਿਲੀ ਸਪਲਿਟ ਫੇਜ਼ ਕੀਤੀ ਸੀ ਉਹਦਾ ਸਟਾਰਟਿੰਗ ਟਾਰਕ ਨਹੀਂ ਹੈਗਾ, ਬਹੁਤ ਸਲੋ ਹੁੰਦਾ। ਸਟਾਰਟਿੰਗ ਨੂੰ ਇੰਪਰੂਵ ਕਰਨ ਵਾਸਤੇ ਕੀ ਹੈ ਸਟਾਰਟਿੰਗ ਵਾਈਂਡਿੰਗ ਦੇ ਸੀਰੀਜ਼ ਕਪੈਸਿਟਰ ਲਗਾਇਆ ਗਿਆ ਔਰ ਉਸ ਦੇ ਨਾਲ ਮੋਟਰ ਜਿਹੜੀ ਸੈਲਫ ਸਟਾਰਟ ਹੋਏਗੀ। ਜਿਸ ਤਰ੍ਹਾਂ ਡਾਇਗਰਾਮ ਦੇ ਵਿੱਚ ਲਾਸਟ ਨਾਲੋਂ ਇਹ ਡਾਇਗਰਾਮ ਜਿਹੜੀ ਹੈਗੀ ਹੈ ਉਹਦੇ ਵਿੱਚ ਮੇਨ ਵਾਈਂਡਿੰਗ ਔਰ ਸਟਾਰਟਿੰਗ ਦੇ ਸੀਰੀਜ਼ ਦੇ ਵਿੱਚ ਸੈਂਟਰੀਫਿਊਗਲ ਸਵਿਚ ਦੇ ਨਾਲ ਹੀ ਸੀਰੀਜ਼ 'ਚ ਕਪੈਸਿਟਰ ਲੱਗਿਆ। ਤਾਂ ਕਪੈਸਿਟਰ ਜਿਹੜਾ ਹੈਗਾ ਉਹ ਕਰੰਟ ਨੂੰ ਐਡਵਾਂਸ ਕਰਦਾ, ਸਟਾਰਟਿੰਗ ਵਾਈਂਡਿੰਗ ਦਾ ਜਿਹੜਾ ਐਂਗਲ ਸੀ ਮੇਨ ਨਾਲੋਂ ਐਡਵਾਂਸ ਹੋ ਜਾਂਦਾ, ਜਿਸ ਦੇ ਕਾਰਨ ਉਹਦੇ ਜਿਹੜਾ ਸਟਾਰਟਿੰਗ ਟਾਰਕ ਸਾਨੂੰ ਵੱਧ ਮਿਲੇਗਾ ਔਰ ਸੇਮ ਪੋਜੀਸ਼ਨ ਪਹਿਲੇ ਵਾਲੀ ਹੋਏਗੀ। ਇਹਦੇ ਵਿੱਚ ਵੀ ਜਦੋਂ ਸਪੀਡ ਪਕੜੇਗੀ 70 to 80%, ਉਸ ਟਾਈਮ ਸੈਂਟਰੀਫਿਊਗਲ ਸਵਿਚ ਨੇ ਸਟਾਰਟਿੰਗ ਵਾਈਂਡਿੰਗ ਨੂੰ ਕੱਟ ਕਰ ਦੇਣਾ ਔਰ ਮੇਨ ਵਾਈਂਡਿੰਗ ਮੋਟਰ ਨੂੰ ਚਲਾਏਗੀ। Also next, permanent capacitor motor. In these type motors, the capacitor connected in series with the starting winding remain in the circuit permanently. That is why such motors are known as permanent capacitor motor. जिस तरह पहलियां दोनों मोटर के अंदर कैपेसिटर ਜਾਂ ਸੈਂਟਰੀਫਿਊਗਲ ਸਵਿਚ ਲੱਗੀ ਹੁੰਦੀ ਸੀ, ਉਹ ਸਵਿਚ ਉਸ ਨੂੰ ਕੱਟ ਕਰਵਾ ਦਿੰਦੀ ਸੀ ਸਟਾਰਟਿੰਗ ਵਾਈਂਡਿੰਗ ਨੂੰ। ਔਰ ਇਹਨਾਂ ਮੋਟਰਾਂ ਦੇ ਅੰਦਰ ਮੋਟਰ ਪਰਮਾਨੈਂਟ ਕਪੈਸਿਟਰ ਮੋਟਰ ਦੇ ਅੰਦਰ ਸਟਾਰਟਿੰਗ ਟਾਰਕ ਨੂੰ ਇੰਪਰੂਵ ਬਣਾਉਣ ਵਾਸਤੇ ਉਸ ਦੇ ਅੰਦਰ ਜਿਹੜਾ ਕਪੈਸਿਟਰ ਹੈਗਾ ਉਹ ਜਿਹੜਾ ਪਰਮਾਨੈਂਟ ਅਸੀਂ ਲੱਗਿਆ ਰਹਿੰਦਾ, ਵਾਈਂਡਿੰਗ ਦੇ ਨਾਲ ਲੱਗਿਆ ਰਹਿੰਦਾ ਔਰ ਇਹਨਾਂ ਦਾ ਜਿਹੜਾ ਸਟਾਰਟਿੰਗ ਔਰ ਰਨਿੰਗ ਟਾਰਕ ਕੀ ਹੈ ਘੱਟ ਹੁੰਦਾ। ਔਰ ਜਿਹਨੂੰ ਅਸੀਂ ਵਰਤਦੇ ਹੈਗੇ ਆ ਜਿਹੜੀਆਂ ਆਮ ਤੌਰ ਤੇ ਸਾਡੀਆਂ ਸੀਲਿੰਗ ਫੈਨ ਹੈਗੇ ਆ, ਟੇਬਲ ਫੈਨ ਨੇ ਜਾਂ ਕੂਲਰ ਦੀਆਂ ਮੋਟਰ ਨੇ, ਉਹਨਾਂ ਦੇ ਵਿੱਚ ਅਸੀਂ ਇਹਨਾਂ ਮੋਟਰਾਂ ਨੂੰ ਯੂਜ਼ ਕਰਦੇ ਹਾਂ। ਇਹਨਾਂ ਦੇ ਅੰਦਰ ਸੈਂਟਰੀਫਿਊਗਲ ਸਵਿਚ ਦੀ ਲੋੜ ਨਹੀਂ ਪੈਂਦੀ। ਇਹਨਾਂ ਦੇ ਜਿਹੜੇ ਐਡਵਾਂਟੇਜ ਨੇ ਪਰਮਾਨੈਂਟ ਕਪੈਸਿਟਰ ਕਨੈਕਟ ਹੋਣ ਦੇ, ਓਵਰਲੋਡ ਕਪੈਸਿਟੀ ਨੂੰ ਇੰਪਰੂਵ ਕਰਦਾ, ਠੀਕ ਹੈ, ਕਿਉਂਕਿ ਉਹਦੇ ਵਿੱਚ ਜਦੋਂ ਅਸੀਂ ਇੱਕ ਵਾਈਂਡਿੰਗ ਰਹਿ ਜਾਂਦੀ ਸੀਗੀ ਉਹਦੇ ਉੱਪਰ ਓਵਰਲੋਡਿੰਗ ਹੋਣ ਦਾ ਡਰ ਰਹਿੰਦਾ ਸੀਗਾ। ਇਹਦੇ ਵਿੱਚ ਹਾਈ ਪਾਵਰ ਫੈਕਟਰ ਮਿਲਦਾ ਔਰ ਹਾਈ ਐਫੀਸ਼ੀਐਂਸੀ ਹੈਗੀ ਇਹਨਾਂ ਮੋਟਰ ਦੀ। ਜ਼ਿਆਦਾਤਰ ਸਾਡੀਆਂ ਜਿਹੜੀਆਂ ਸਿੰਗਲ ਫੇਜ਼ ਦੇ ਵਿੱਚ ਮੋਟਰਸ ਨੇ ਉਹਨਾਂ ਦੇ ਵਿੱਚ ਅਸੀਂ ਪਰਮਾਨੈਂਟ ਕਪੈਸਿਟਰ ਮੋਟਰ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਸ਼ਾਰਟ ਸਰਕਟ ਕੰਡਕਟਰ ਜਿਹੜਾ ਹੈਗਾ ਉਹ ਸਿੰਗਲ ਫੇਜ਼ ਰੋਟਰ ਹੈ, ਸਟਾਰਟਿੰਗ ਵਾਈਂਡਿੰਗ ਹੈ, रनिंग है और स्टार्टिंग वाइंडिंग ਦੀ सीरीज कैपेसिटर परमानेंट ਲੱਗਿਆ ਰਹਿੰਦਾ। ਔਰ ਸਪਲਿਟ ਫੇਜ਼ ਕੈਟਾਗਰੀ ਦੇ ਵਿੱਚ ਜਿਹੜਾ ਕਪੈਸਿਟਰ ਸਟਾਰਟ ਕਪੈਸਿਟਰ ਰਨ ਮੋਟਰ ਹੈਗੀ ਹੈ, ਇਸ ਦੇ ਵਿੱਚ ਜਿਹੜਾ ਇੱਕ ਕਪੈਸਿਟਰ ਹੈਗਾ, ਇਹਦੇ ਪਹਿਲੀ
ਇੱਕ ਕਪੈਸਿਟਰ ਸੀਗਾ ਕਿਉਂਕਿ ਉਹਦਾ ਟਾਰਕ ਜਿਹੜਾ ਸੀਗਾ ਸਟਾਰਟਿੰਗ ਔਰ ਰਨਿੰਗ ਘੱਟ ਸੀਗਾ। ਔਰ ਕੁਝ ਸਾਨੂੰ ਇਸ ਤਰ੍ਹਾਂ ਦੇ ਵਰਕ ਨੇ ਜਿੱਥੇ ਹੈਵੀ ਲੋਡ ਦੀ ਲੋੜ ਪੈਂਦੀ ਆ, ਸਟਾਰਟਿੰਗ ਟਾਰਕ ਦੀ ਜ਼ਿਆਦਾ ਲੋੜ ਪੈਂਦੀ ਆ, ਉਹਨਾਂ ਜਗ੍ਹਾ ਦੇ ਉੱਪਰ